सत श्री अकाल दोस्तों, मैं जीत हरजीत हाज़र हाँ। माफ़ी चाਹੁੰਦੇ ਹਾਂ दोस्तों, वक्फे ਲਈ ਅਸੀਂ ਆਪਣੀ ਲਗਾਤਾਰਤਾ ਜਾਰੀ ਨਹੀਂ ਰੱਖ ਸਕੇ। ਉਹਦੇ ਬਹੁਤ ਸਾਰੇ ਕਾਰਨ ਹਨ। ਬਹੁਤ ਨੇੜਲੇ ਸੱਜਣ ਜਾਣਦੇ ਹੋਣਗੇ ਇਹਨਾਂ ਕਾਰਨਾਂ ਬਾਰੇ, ਫਿਰ ਵੀ ਜਿਨ੍ਹਾਂ ਨੂੰ ਨਹੀਂ ਪਤਾ ਉਹਨਾਂ ਨੂੰ ਦੱਸਦਾ ਕਿ ਸਾਡੇ ਬਹੁਤ ਹੀ ਸਤਿਕਾਰਕ ਬੂਟਾ ਸਿੰਘ ਚੌਹਾਨ ਹੋਰਾਂ ਦੀ ਤਬੀਅਤ ਨਾਸਾਜ਼ ਸੀ, ਜਿਸ ਕਾਰਨ ਸਾਡਾ ਹੌਸਲਾ ਨਹੀਂ ਪਿਆ ਇਸ ਰਾਹ ਤੁਰਨ ਲਈ। ਉਹ ਲਗਾਤਾਰਤਾ ਭੰਗ ਹੋਈ ਹੈ, ਉਹਦੇ ਲਈ ਮਾफ़ੀ। ਬਹੁਤ ਸਾਰੇ ਸਰੋਤਿਆਂ ਦਾ ਫੋਨ ਵੀ ਆਉਂਦੇ ਸੀ, ਸੁਨੇਹੇ ਵੀ ਆਏ ਕਿ ਤੁਸੀਂ ਕਹਾਣੀਆਂ ਪਾਓ। ਉਸ ਪਿਆਰ ਦੀ ਬਦੌਲਤ ਅੱਜ ਦੁਬਾਰਾ ਅਸੀਂ ਇਸ ਸਫ਼ਰ ਦੀ ਸ਼ੁਰੂਆਤ ਕਰ ਰਹੇ ਹਾਂ। ਜੋ ਵੀ ਸੱਜਣ ਸਾਡੇ ਨਾਲ ਜੁੜਨਾ ਚਾਹੁੰਦੇ ਨੇ ਉਹ फ़ोन ਨੰਬਰ ਰਾਹੀਂ ਚਾਹੇ ਸੁਨੇਹੇ ਰਾਹੀਂ ਆਪਣੀ ਰਚਨਾ ਸਾਡੇ ਤੱਕ ਪਹੁੰਚਦੀ ਕਰ ਸਕਦੇ ਨੇ। ਅੱਜ ਮੈਂ ਤੁਹਾਡੇ ਨਾਲ ਮਾਸਟਰ ਗੁਰਮੇਲ ਸਿੰਘ ਦੀ ਕਹਾਣੀ ਕੋਰੀਆਂ ਸੱਧਰਾਂ ਸਾਂਝੀ ਕਰ ਰਿਹਾ। 2 ਦਿਨ ਤੋਂ ਬੁਖਾਰ ਨਾਲ ਮੁੱਦੇ ਮੂੰਹ ਪਈ ਪੰਮੀ ਦਾ ਕਿਸੇ ਨੇ ਹਾਲ ਤੱਕ ਨਾ ਪੁੱਛਿਆ। ਭਲਾ ਪੁੱਛਣਾ ਵੀ ਕਿਹਨੇ ਸੀ? ਸਿਰ ਦੇ ਸਾਈਂ ਨੂੰ ਤਾਂ ਸੱਥ 'ਚ ਤਾਸ਼ ਖੇਡਣ ਤੇ ਸ਼ਾਮ ਨੂੰ ਸ਼ਰਾਬ ਪੀਣ ਤੋਂ ਬੇਲ ਮਿਲਦੀ ਤਾਂ ਹੀ ਹਾਲ ਪੁੱਛਦਾ। ਪੰਮੀ ਦਾ ਘਰ ਵਾਲਾ ਕਾਲਾ ਸਿਰੇ ਦਾ ਪਿਆਕੜ ਸੀ। ਜੇ 2 ਦਿਨ ਦਿਹਾੜੀ ਚਲਾ ਵੀ ਜਾਂਦਾ ਤਾਂ 3 ਦਿਨ ਘਰ ਬਹਿ ਕੇ ਖਾਂਦਾ। ਘਰ ਦਾ ਸਾਰਾ ਖਰਚ ਵਿਚਾਰੀ ਪੰਮੀ ਦੇ ਸਿਰ ਤੇ ਸੀ। ਉਹ ਸੌਦਾ ਲਿਆਵੇ ਜਾਂ ਨਾ ਲਿਆਵੇ, ਕਾਲੇ ਨੂੰ ਕੋਈ ਸਰੋਕਾਰ ਨਹੀਂ ਸੀ। ਵਿਚਾਰੀ ਜਿਹੜੇ ਘਰ ਕੰਮ ਕਰਦੀ, ਜੇ ਉੱਥੋਂ 2 ਟੁੱਕਰ ਮਿਲ ਜਾਂਦੇ ਤਾਂ ਖਾ ਲੈਂਦੀ, ਪਰ ਕਦੇ ਨੀਅਤ ਮਾੜੀ ਨਹੀਂ ਸੀ ਵਿਖਾਈ ਅਗਲੇ ਦੇ ਘਰ। ਕੁਝ ਦਿਨਾਂ ਦੇ ਬੁਖਾਰ ਨੇ ਜਿਵੇਂ ਉਹਦੀ ਸੱਤਿਆ ਹੀ ਖੋਹ ਲਈ ਹੋਵੇ। ਆਖਰ ਕਿੰਨੇ ਦਿਨ ਲੋਕਾਂ ਦੇ ਘਰ ਦਾ ਕੰਮ ਨਾ ਕਰਨ ਜਾਂਦੀ। ਅਗਲੇ ਨੂੰ ਕੀ ਲੱਗੇ ਭਲਾ, ਬੁਖਾਰ ਹੋਵੇ ਜਾਂ ਨਾ ਹੋਵੇ, ਘਰ ਵਾਲਿਆਂ ਨੂੰ ਤਾਂ ਕੰਮ ਤੱਕ ਮਤਲਬ। ਕਈ ਦਿਨਾਂ ਤੋਂ ਬੁਖਾਰ ਬਾਅਦ ਅੱਜ ਹੀ ਮੰਜੇ ਤੋਂ ਉੱਠੀ ਸੀ। ਬਾਹਰ ਡੇਰੇ ਵਾਲਿਆਂ ਦੇ ਘਰ ਦਾ ਬੂਹਾ ਖੋਲ੍ਹ ਕੇ ਉਹ ਉਹਨਾਂ ਦੇ ਘਰ ਜਾ ਵੜੀ। ਬਾਹਰਲੇ ਬੂਹੇ ਕੋਲ ਪਏ ਝਾੜੂ ਨੂੰ ਚੁੱਕ ਕੇ ਬਿਨਾਂ ਕਿਸੇ ਨਾਲ ਗੱਲ ਕੀਤੇ ਉਹਨਾਂ ਦੇ ਕਮਰੇ ਵਿੱਚ ਝਾੜੂ ਫੇਰਨ ਲੱਗ ਪਈ। ਆ ਗਈ ਮੇਮ ਸਾਹਿਬ, ਤੁਸੀਂ ਆ ਗਿਆ ਚੇਤਾ ਡੇਰੇ ਵਾਲਿਆਂ ਦੇ ਘਰ ਦੇ ਕੰਮ ਦਾ? ਰਣਜੀਤ ਦੀ ਘਰ ਵਾਲੀ ਜਿਵੇਂ ਪਹਿਲਾਂ ਹੀ ਖੱਪੀ ਤੱਪੀ ਬੈਠੀ ਸੀ। ਕਹਿੰਦੇ ਕਿਸੇ ਦੀ ਬੇਇੱਜ਼ਤੀ ਕਰਨੀ ਹੋਵੇ ਤਾਂ ਰੁੱਖੇ ਸ਼ਬਦ ਬੋਲ ਕੇ ਵੀ ਕੀਤੀ ਜਾ ਸਕਦੀ ਹੈ, ਅਤੇ ਜ਼ਿਆਦਾਤਰ ਸਤਿਕਾਰ ਦੇ ਕੇ ਵੀ। ਰਣਜੀਤ ਦੀ ਘਰਵਾਲੀ ਦੇ ਕਹੇ ਸ਼ਬਦ ਮੇਮ ਸਾਹਿਬ 'ਚ ਇੱਕ ਟੀਚਰ ਸੀ, ਇੱਕ ਬੇਇੱਜ਼ਤੀ ਸੀ ਜਿਹੜੀ ਉਹ ਸਤਿਕਾਰ ਭਰੇ ਸ਼ਬਦਾਂ ਵਿੱਚ ਪੰਮੀ ਦੀ ਕਰ ਰਹੀ ਸੀ। ਭਲਾ ਇੱਕ ਗਰੀਬਣੀ ਦੇ ਕਰਮਾਂ ਵਿੱਚ ਮੇਮ ਸਾਹਿਬ ਖਵਾਉਣਾ ਕਿੱਥੇ ਸਹੀ ਢੁਕਦਾ? ਨਾ ਭੈਣੇ, ਮੈਂ ਕਾਹਦੀ ਮੇਮ ਸਾਹਿਬ ਆ? ਮੈਨੂੰ ਪਤਾ ਹੈ ਕੰਮ ਕਰਾਂਗੀ ਤਾਂ ਹੀ ਕੁਝ ਮਿਲਣਾ। ਮੈਨੂੰ ਕੀ ਕਰਾਂ? ਬੁਖਾਰ ਵੀ ਐਸਾ ਚੁੰਬੜਿਆ ਮੈਨੂੰ ਚੰਦਰੇ ਲੱਥੇ ਹੀ ਨਾ। 4 ਦਿਨਾਂ ਦੀਆਂ ਪੁੜੀਆਂ ਖਾਧੀਆਂ ਤੇ ਕੱਲ ਵੀਰਵਾਰ ਵਾਲੇ ਦਿਨ ਪੀਰਾਂ ਦੇ ਦੀਵਾ ਜਗਾ ਕੇ ਆਈ ਹਾਂ, ਫਿਰ ਕਿਤੇ ਟੁੱਟਾ ਜਾ ਕੇ। ਪੰਮੀ ਘਰ ਦਾ ਵਿਹੜਾ ਸੰਭਰ ਕੇ ਕੂੜਾ ਇੱਕ ਥਾਂ ਇਕੱਠਾ ਕਰਦੀ ਹੋਈ ਬੋਲੀ, ਬੁਖਾਰ ਬਖੂਰ ਦਾ ਮੈਨੂੰ ਨਹੀਂ ਪਤਾ, ਚੱਜ ਨਾਲ ਕੰਮ ਕਰਿਆ ਕਰ, ਨਹੀਂ ਤਾਂ ਲੱਭ ਲੈਣੀ ਅਸੀਂ ਕੋਈ ਹੋਰ। ਪੈਸੇ ਦੇਣੇ ਆ, ਕੰਮ ਕਰਾਉਣਾ, ਬਥੇਰੀਆਂ ਨੇ ਕੰਮ ਕਰਨ ਵਾਲੀਆਂ। ਨਾ ਭੈਣੇ, ਇੱਦਾਂ ਨਾ ਕਹਿ, ਕੰਮ ਕਰਾਂਗੀ ਕਿਉਂ ਨਹੀਂ ਕਰਾਂਗੀ ਭਲਾ? ਚੰਦਰੇ ਬੁਖਾਰ ਨੂੰ ਵੀ ਗਰੀਬਾਂ ਦਾ ਹੀ ਵਿਹੜਾ ਲੱਭਦਾ ਡੇਰਾ ਲਾਉਣ ਨੂੰ। ਪੰਮੀ ਵਿਚਾਰੀ ਖਰੀਆਂ ਖਰੀਆਂ ਸੁਣ ਕੇ ਚੁੱਪਚਾਪ ਵੱਟ ਘੁੱਟ ਕੇ ਕੰਮ ਕਰਦੀ ਰਹੀ। ਕਈ ਘਰਾਂ ਦਾ ਕੰਮ ਕਰਿਆ ਕਰਦੀ ਸੀ। ਜ਼ਿਆਦਾਤਰ ਘਰਾਂ ਦੀਆਂ ਬੁੜੀਆਂ ਨੱਕ ਬੁੱਲ ਵੱਟਣ ਵਾਲੀਆਂ ਹੀ ਸਨ। ਗਰੀਬ ਦੀ ਕਦਰ ਕਰਨ ਵਾਲਾ ਕੋਈ ਵਿਰਲਾ ਹੀ ਹੁੰਦਾ। ਪੰਮੀ ਦਾ ਘਰ ਵਾਲਾ ਕਾਲਾ ਉਸ ਨੂੰ ਅਕਸਰ ਮਾਰਿਆ ਕੁੱਟਿਆ ਕਰਦਾ ਸੀ। ਇੱਕ ਦਿਨ ਤਾਂ ਵਿਚਾਰੀ ਗੁੱਸੇ ਦੀ ਮਾਰੀ ਆਪਣੇ ਮੁੰਡੇ ਸੋਨੂ ਨੂੰ ਨਾਲ ਲੈ ਕੇ ਪੇਕਿਆਂ ਦੇ ਘਰ ਜਾ ਬੈਠੀ। ਉਸ ਨੂੰ ਪੇਕਿਆਂ ਤੇ ਮਾਣ ਸੀ ਤੇ ਉਹ ਆਪਣੇ ਘਰ 4 ਦਿਨ ਰੱਖ ਲੈਣਗੇ ਤੇ ਕਾਲੇ ਨੂੰ ਵੀ ਉਸ ਦੀ ਕੀਮਤ ਪਤਾ ਲੱਗੇਗੀ। ਇਹ ਸੁੱਖ ਉਸਦੇ ਕਰਮਾਂ 'ਚ ਕਿੱਥੇ। ਉਸਦੀ ਭਰਜਾਈ ਤਾਂ ਬਾਹਲੀ ਹੀ ਡਾਢੀ ਸੀ। ਚੰਦਰੀ ਨੇ ਕੋਈ ਲਿਹਾਜ਼ ਨਾ ਕਰਨਾ ਆਪਣੀ ਦੁਖੀ ਨਨਾਣ ਦਾ। ਅਖੇ ਬੀਬੀ ਘਰ ਵਾਲੇ ਨਾਲ ਬਣਾ ਕੇ ਰੱਖਿਆ ਕਰ,
ਦੂਜੇ ਦਿਨ ਪੇਕੇ ਤੁਰੀ ਰਹਿਣੀ ਏ। ਅਸੀਂ ਕਿਹੜਾ ਸ਼ਾਹੂਕਾਰਾਂ ਭਲਾ, ਆਪਣੇ ਘਰ ਦਾ ਆਪ ਨੂੰ ਪਤਾ ਹੁੰਦਾ ਹੈ। ਪੰਮੀ ਦਾ ਪਿਓ ਹੁਣ ਬਜ਼ੁਰਗ ਹੋ ਚੁੱਕਾ ਸੀ। ਸਾਰੀ ਜ਼ਿੰਦਗੀ ਦੀ ਖੱਟੀ ਹੁਣ ਪੁੱਤਰਾਂ ਸਾਂਭ ਲਈ ਸੀ। ਕੀ ਮਦਦ ਕਰਦਾ ਘਰ ਆਈ ਧੀ ਦੀ। ਅਖੀਰ ਸਮਝਾ ਬੁਝਾ ਕੇ ਰਿਸ਼ਤੇਦਾਰੀ ਚੋਂ 2-4 ਬੰਦੇ ਇਕੱਠੇ ਕਰਕੇ ਫਿਰ ਤੋਰ ਦਿੱਤਾ ਪੰਮੀ ਨੂੰ ਕਾਲੇ ਨਾਲ। ਪਰ ਅੱਗੋਂ ਕਾਲਾ ਕਿਹੜਾ ਸਲੱਗ ਸੀ। ਉਸਨੂੰ ਰਤਾ ਭਰ ਵੀ ਕਦਰ ਨਾ ਰਹੀ ਪੰਮੀ ਦੀ। ਵਿਚਾਰੀ ਨਾਲੇ ਘਰੋਂ ਗਾਲਾਂ ਖਾਂਦੀ ਤੇ ਨਾਲੇ ਲੋਕਾਂ ਦੇ ਘਰਾਂ 'ਚੋਂ ਕੰਮ ਕਰਦੀ। ਲੋਕਾਂ ਦੇ ਘਰਾਂ 'ਚ ਕੰਮ ਕਰਦਿਆਂ ਕਰਦਿਆਂ ਕਈ ਵਾਰ ਆਥਣ ਹੋ ਜਾਂਦੀ। ਸੋਨੂੰ ਅਕਸਰ ਉਸਨੂੰ ਕਹਿ ਦਿੰਦਾ, ਮਾਂ ਤੂੰ ਮੇਰੇ ਨਾਲ ਪਿਆਰ ਨਹੀਂ ਕਰਦੀ। ਮੇਰੇ ਦੋਸਤਾਂ ਦੀਆਂ ਮਾਵਾਂ ਸਾਰਾ ਦਿਨ ਘਰੇ ਰਹਿੰਦੀਆਂ ਨੇ, ਤੂੰ ਪਤਾ ਨਹੀਂ ਕਿੱਥੇ ਚਲੀ ਜਾਨੀ ਏ ਸਾਰਾ ਦਿਨ। ਪੁੱਤ ਮੈਂ ਕਿੱਥੇ ਜਾਣਾ ਭਲਾ, ਮੇਰਾ ਤਾਂ ਪੇਕਾ ਘਰ ਵੀ ਹੁਣ ਆਪਣਾ ਨਹੀਂ ਰਿਹਾ। ਨਾਲੇ ਪੁੱਤ ਤੇਰੇ ਮਾਮਿਆਂ ਜੇ ਤੇਰਾ ਪਿਓ ਸਲੱਗ ਲੱਭਿਆ ਹੁੰਦਾ ਤਾਂ ਕੀ ਲੋੜ ਸੀ ਮੈਨੂੰ ਲੋਕਾਂ ਦੇ ਘਰਾਂ ਦਾ ਗੰਦ ਸੁੱਟਣ ਦੀ। ਇਹ ਗੱਲਾਂ ਸੋਨੂੰ ਦੇ ਪੱਲੇ ਕਿੱਥੇ ਪੈਣੀਆਂ ਸਨ। ਕੀ ਕਰਦੀ ਪੰਮੀ, ਹੋਰ ਕਿਹਦੇ ਨਾਲ ਦੁੱਖ ਫਰੋਲਦੀ। ਸੋਨੂੰ ਹੀ ਸੀ ਜਿਸ ਨਾਲ ਉਸਨੇ ਦੁੱਖ ਫਰੋਲਣਾ ਹੁੰਦਾ ਸੀ। ਸੋਨੂੰ ਹੁਣ 5 ਵਰ੍ਹਿਆਂ ਦਾ ਹੋ ਚੁੱਕਿਆ ਸੀ। ਪੰਮੀ ਨੇ ਮੁੰਡੇ ਨੂੰ ਪਿੰਡ ਦੇ ਸਰਕਾਰੀ ਸਕੂਲ 'ਚ ਦਖਲ ਕਰਵਾ ਦਿੱਤਾ ਸੀ। ਛੁੱਟੀ ਵਾਲੇ ਦਿਨ ਜੇ ਪੰਮੀ ਕਿਸੇ ਦੇ ਘਰ ਕੰਮ ਕਰਨ ਗਈ ਨਾਲ ਲੈ ਜਾਂਦੀ ਤਾਂ ਬੁੜੀਆਂ ਅੱਗੋਂ ਕਹਿੰਦੀਆਂ, ਵੀ ਇਹਨੂੰ ਨਾਲ ਨਾ ਲਿਆਇਆ ਕਰ, ਤੂੰ ਇਹਦੇ ਆਹਰ ਲੱਗ ਜਾਨੀ ਏ, ਕੰਮ ਵਿੱਚ ਹੀ ਰਹਿ ਜਾਂਦਾ। ਲੋਕਾਂ ਦੇ ਘਰ ਦਾ ਗੰਦ ਸੁੱਟਣ ਵਾਲੀ ਪੰਮੀ ਤੋਂ ਆਪਣੇ ਘਰ ਦਾ ਗੰਦ ਕਦੀ ਸਾਫ਼ ਨਾ ਹੋ ਸਕਿਆ। ਸਾਫ਼ ਕਰਨ ਨੂੰ ਵੀ ਹੈ ਕੀ ਸੀ। 2 ਕੋਠੇ ਛੱਤੇ ਹੋਏ ਸੀ ਬਾਲਿਆਂ ਵਾਲੇ ਤੇ ਉਹ ਵੀ ਲਿਫੇ। ਕੰਧਾਂ ਨੇ ਤਾਂ ਸੁੱਖ ਨਾਲ ਪਲਸਤਰ ਦਾ ਮੂੰਹ ਵੀ ਨਹੀਂ ਸੀ ਵੇਖਿਆ। ਨਾ ਘਰ ਨਲਕਾ ਨਾ ਟੂਟੀ। ਗਲੀ 'ਚ ਲੱਗੀ ਸਰਕਾਰੀ ਟੂਟੀ ਤੋਂ ਪਾਣੀ ਲਿਆ ਕੇ 2 ਬਾਲਟੀਆਂ ਭਰ ਕੇ ਰੱਖ ਲੈਂਦੀ। ਥੱਕੀ ਟੁੱਟੀ ਜਦੋਂ ਘਰ ਵੜਦੀ ਤਾਂ ਕੁਝ ਵੀ ਕਰਨ ਦੀ ਹਿੰਮਤ ਨਾ ਰਹਿੰਦੀ। ਬਸ ਡਿੱਗਣ ਨੂੰ ਮੰਜਾ ਲੱਭਦੀ ਤੇ ਉੱਤੋਂ ਕਾਲੇ ਦਾ ਕੀ ਪਤਾ ਕਿ ਸ਼ਾਮ ਨੂੰ ਸ਼ਰਾਬ ਨਾਲ ਰੱਜ ਕੇ ਕਿਹੜੀ ਧੀ ਦੀ ਭੈਣ ਦੀ ਗਾਲ ਕੱਢਣੀ ਉਸਨੇ। ਮਾਂ ਤੈਨੂੰ ਪਤਾ ਹੈ ਅੱਜ ਮੀਤੇ ਦਾ ਜਨਮ ਦਿਨ ਹੈ। ਉਹਨੇ ਗਲੀ ਦੇ ਸਾਰੇ ਬੱਚਿਆਂ ਨੂੰ ਸੱਦਿਆ ਜਨਮ ਦਿਨ ਤੇ, ਪਰ ਮੈਨੂੰ ਨਹੀਂ ਕਿਹਾ। ਆਪਾਂ ਚੱਲੀਏ ਉਹਦੇ ਘਰ ਜਨਮ ਦਿਨ ਮਨਾਉਣ। ਸੋਨੂੰ ਨੇ ਗਲੀ 'ਚੋਂ ਲੰਘਦੇ ਬੱਚਿਆਂ ਵੱਲ ਨੂੰ ਇਸ਼ਾਰਾ ਕਰਕੇ ਆਪਣੀ ਮਾਂ ਦੀ ਚੁੰਨੀ ਖਿੱਚਦੇ ਹੋਏ ਕਿਹਾ, ਨਾ ਪੁੱਤ ਆਪਾਂ ਨਹੀਂ ਜਾਣਾ। ਗਰੀਬ ਦੇ ਪੁੱਤ ਨੂੰ ਜਨਮ ਦਿਨ ਤੇ ਕੋਈ ਨਹੀਂ ਸੱਦਦਾ ਹੁੰਦਾ। ਕੋਈ ਨਾ ਫਿਕਰ ਨਾ ਕਰ, ਅਗਲੇ ਮਹੀਨੇ ਤੇਰਾ ਜਨਮ ਦਿਨ ਹੈ ਨਾ, ਆਪਾਂ ਵੀ ਮਨਾਵਾਂਗੇ। ਆਪਾਂ ਵੀ ਨਹੀਂ ਸੱਦਣਾ ਉਹਨਾਂ ਨੂੰ। ਸੱਚੀ ਮਾਂ, ਆਪਾਂ ਵੀ ਮਨਾਵਾਂਗੇ ਮੇਰਾ ਜਨਮ ਦਿਨ। ਹਾਂ ਪੁੱਤ ਤੇਰੀ ਮਾਂ ਹੈ ਨਾ, ਤੂੰ ਫਿਕਰ ਨਾ ਕਰੀ। ਵਧੀਆ ਕੇਕ ਲਿਆ ਕੇ ਦੇਊਂ ਆਪਣੇ ਪੁੱਤ ਨੂੰ, ਪਕੌੜੇ ਵੀ ਬਣਾ ਕੇ ਖਵਾਊਂ, ਵਧੀਆ ਨਵੇਂ ਕੱਪੜੇ ਵੀ ਲੈ ਕੇ ਦੇਊਂ। ਅੱਛਾ। ਪੰਮੀ ਨੇ ਝੂਠਾ ਜਿਹਾ ਧਰਵਾਸਾ ਦੇ ਕੇ ਆਪਣੇ ਪੁੱਤ ਨੂੰ ਮਨਾ ਤਾਂ ਲਿਆ, ਪਰ ਸੋਨੂੰ ਇਸ ਨੂੰ ਸੱਚ ਹੀ ਮੰਨ ਬੈਠਾ ਸੀ। ਉਹ ਹਰ ਰੋਜ਼ ਆਪਣੀ ਮਾਂ ਨੂੰ ਉਸ ਦਾ ਵਾਅਦਾ ਯਾਦ ਕਰਵਾਉਂਦਾ। ਕੀ ਦਿਨ ਕੀ ਰਾਤ ਉਸ ਨੂੰ ਆਪਣੇ ਜਨਮ ਦਿਨ ਦੀ ਹੀ ਸੀ। ਪੰਮੀ ਪਿੰਡ ਦੇ ਸੁੱਖੇ ਪੁਲਸੀ ਦੇ ਘਰ ਵੀ ਕੰਮ ਕਰਦੀ ਸੀ। ਉਸ ਦੇ ਮੁੰਡੇ ਦੀਪੀ ਤੇ ਸੋਨੂੰ ਦਾ ਜਨਮ ਦਿਨ ਇੱਕ ਹੀ ਦਿਨ ਸੀ। ਅੱਜ ਜਦੋਂ ਉਹਨਾਂ ਦੇ ਘਰ ਕੰਮ ਕਰਨ ਲਈ ਗਈ ਤਾਂ ਉਹਦੀ ਘਰਵਾਲੀ ਕਹਿੰਦੀ, ਨੀ ਪੰਮੀਏ ਆਪਣੇ ਦੀਪੀ ਦਾ ਜਨਮ ਦਿਨ ਆ ਗਿਆ, ਅਗਲੇ ਐਤਵਾਰ ਨੂੰ ਰਿਸ਼ਤੇਦਾਰ ਸੱਦਣੇ ਤੇ ਸਾਰੇ ਦੀਪੀ ਦੇ ਪਾਪਾ ਦੇ ਸਟਾਫ ਦੇ ਮੈਂਬਰਾਂ ਨੇ ਵੀ ਆਉਣਾ। ਤੂੰ ਇੱਥੇ ਹੀ ਰਹਿਣਾ ਸਾਰਾ ਦਿਨ, ਛੁੱਟੀ ਨਾ ਕਰੀਂ ਉਸ ਦਿਨ। ਭੈਣ ਜੀ ਆਪਣੇ ਸੋਨੂੰ ਦਾ ਵੀ ਜਨਮ ਦਿਨ ਹੁੰਦਾ ਉਸ ਦਿਨ, ਤਾਂ ਉਹ ਵੀ ਖੜੇ ਪਿਆ ਕਈ ਦਿਨ ਦਾ। ਮੈਂ ਵੀ ਜਨਮ ਦਿਨ ਮਨਾਉਣਾ ਆਪਣਾ। ਆਖੇ ਸਾਰੇ ਬੱਚੇ ਮਨਾਉਂਦੇ ਗਲੀ ਦੇ, ਫਿਰ ਆਪਾਂ ਕਿਉਂ ਨਹੀਂ। ਲੈ ਪੰਮੀਏ ਆਪਣਾ ਘਰ ਵੇਖੀਦਾ, ਕੋਈ ਕੰਮ ਕਰਨ ਲੱਗੇ, ਰੋਟੀ ਤਾਂ ਪੱਕਦੀ ਨਹੀਂ ਤੁਹਾਡੇ, ਆਖੇ ਜਨਮ ਦਿਨ ਮਨਾਉਣਾ। ਚੱਲ ਸੁਣ, ਅਸੀਂ ਵੱਡਾ ਕੇਕ ਲਿਆਉਣਾ, ਵਿੱਚੋਂ ਥੋੜਾ ਤੈਨੂੰ ਵੀ ਦੇ ਦਿਉਂ, ਲੈ ਜਾਈਂ ਤੂੰ ਵੀ ਘਰ ਸੋਨੂੰ ਲਈ, ਨਾਲੇ ਉਹ ਵੀ ਖੁਸ਼ ਹੋ ਜੂ। ਪੰਮੀ ਨੇ ਸੁੱਖੇ ਦੀ ਘਰਵਾਲੀ ਦੀ ਗੱਲ ਚੰਗੀ ਲੱਗੀ ਤੇ ਉਸ ਦਿਨ ਸਾਰਾ ਦਿਨ ਕੰਮ ਕਰਨ ਲਈ ਹਾਂ ਕਹਿ ਦਿੱਤੀ। ਦੀਪੀ ਦੇ ਜਨਮ ਦਿਨ ਵਾਲੇ ਦਿਨ ਸਵੇਰ ਤੋਂ ਉਹਨਾਂ ਦੇ ਘਰ ਪੂਰੀ ਚਹਿਲ ਪਹਿਲ ਸੀ। ਮਾਸੀਆਂ ਮਾਮੇ ਸਾਰੀ ਅੰਗਲੀ ਸੱਦੀ ਹੋਈ ਸੀ। ਉਹਨਾਂ ਹਲਵਾਈ ਬਿਠਾਇਆ ਹੋਇਆ ਸੀ। ਸ਼ਾਮ ਵੇਲੇ ਸੁੱਖੇ ਪੁਲਸੀ ਦੇ ਸਟਾਫ ਵਾਲੇ ਵੀ ਆ ਗਏ। ਪੰਮੀ ਨੂੰ ਕੰਮ ਕਰਦੇ ਕਰਦੇ ਭੁਰਾ ਵੀ ਵਿਹਲ ਨਾ ਮਿਲੀ। ਉਸ ਦਾ ਧਿਆਨ ਤਾਂ ਆਪਣੇ ਪੁੱਤ ਸੋਨੂੰ ਵੱਲ ਸੀ
ਕਿ ਉਹ ਉਸ ਨੂੰ ਉਡੀਕ ਰਿਹਾ ਹੋਵੇਗਾ ਕਿ ਕਦੋਂ ਮਾਂ ਆਵੇਗੀ ਤੇ ਕੇਕ ਲਿਆਵੇਗੀ। ਪਤਾ ਸੋਨੂੰ ਵੀ ਸੀ ਕਿ ਪਿਓ ਨੂੰ ਤਾਂ ਸਿਰਫ ਆਪਣੀ ਸ਼ਰਾਬ ਤੇ ਤਾਸ਼ ਤੱਕ ਹੀ ਮਤਲਬ ਸੀ। ਜਨਮ ਦਿਨ ਦੀ ਪਾਰਟੀ ਉਸ ਦਿਨ ਰਾਤ 9 ਵਜੇ ਖਤਮ ਹੋਈ। ਪੰਮੀ ਬਥੇਰਾ ਘਰ ਜਾਣ ਦੀ ਜ਼ਿੱਦ ਕਰਦੀ ਰਹੀ, ਪਰ ਸੁੱਖੇ ਪੁਲਸੀਏ ਦੀ ਘਰਵਾਲੀ ਥੋੜਾ ਹੋਰ ਕਹਿ ਕੇ ਕਈ ਘੰਟੇ ਕੰਮ ਕਰਵਾਈ ਗਈ। ਅਖੀਰ ਤੁਰਨ ਲੱਗੀ ਨੂੰ ਉਸ ਨੂੰ ਥੋੜਾ ਜਿਹਾ ਕੇਕ ਇੱਕ ਡੱਬੇ 'ਚ ਪਾ ਕੇ ਤੇ ਪਕੌੜੇ ਘਰ ਲਿਜਾਣ ਨੂੰ ਦੇ ਦਿੱਤੇ। ਪੰਮੀ ਚਾਉਂ ਚਾਈ ਆਪਣੇ ਘਰ ਆਪਣੇ ਪੁੱਤ ਲਈ ਕੇਕ ਲੈ ਆਈ, ਪਰ ਜਾਂਦਿਆਂ ਨੂੰ ਸੋਨੂੰ ਸੋ ਚੁੱਕਿਆ ਸੀ ਅਤੇ ਸੁੱਤਾ ਹੀ ਮੂੰਹ 'ਚ ਬੜਬੜਾ ਰਿਹਾ ਸੀ। ਪੰਮੀ ਜਦੋਂ ਸੋਨੂੰ ਦੇ ਨਾਲ ਜਾ ਕੇ ਲੰਮੀ ਪਈ ਤਾਂ ਉਸ ਨੂੰ ਸਮਝ ਆਇਆ ਕਿ ਉਹ ਕੀ ਬੋਲ ਰਿਹਾ ਹੈ। ਮਾਂ, ਆਪਾਂ ਕਿੰਨੇ ਵਜੇ ਕੇਕ ਕੱਟਣਾ ਹੈ? ਮੈਂ ਨਾ ਵਧੀਆ ਸੂਟ ਲੈਣਾ ਅੱਜ ਤੇਰੇ ਤੋਂ। ਆਪਾਂ ਕਿਸੇ ਨੂੰ ਵੀ ਨਹੀਂ ਸੱਦਣਾ ਅੱਜ। ਮੈਨੂੰ ਕੋਈ ਨਹੀਂ ਸੱਦਣਾ ਮਾਂ। ਪੰਮੀ ਆਪਣੇ ਪੁੱਤ ਦੀਆਂ ਸੱਧਰਾਂ ਵੇਖ ਕੇ ਰੋਣ ਲੱਗ ਪਈ, ਜਿਹੜੀ ਅੱਜ ਵੀ ਉਹਨੂੰ ਕੋਰੀਆਂ ਹੀ ਰਹਿ ਗਈਆਂ ਲੱਗ ਰਹੀਆਂ ਸਨ। ਉਹ ਆਪਣੇ ਆਪ ਨੂੰ ਗੁਨਾਹਗਾਰ ਮਹਿਸੂਸ ਕਰ ਰਹੀ ਸੀ, ਜਿਹੜੀ ਕੰਮ ਦੇ ਲਾਲਚ 'ਚ ਆਪਣੇ ਪੁੱਤ ਦਾ ਜਨਮ ਦਿਨ ਵੀ ਨਾ ਮਨਾ ਸਕੀ। ਸੋਚਾਂ ਵਿੱਚ ਉਸ ਦਾ ਪੈਰ ਕੇਕ ਵਾਲੇ ਡੱਬੇ ਨੂੰ ਵੱਜ ਗਿਆ ਤੇ ਉਹ ਖਿੱਲਰ ਕੇ ਜ਼ਮੀਨ ਤੇ ਡਿੱਗ ਪਿਆ। ਪੰਮੀ ਕਦੇ ਮਿੱਟੀ 'ਚ ਮਿਲੇ ਕੇਕ ਨੂੰ ਤੱਕ ਰਹੀ ਸੀ ਤੇ ਕਦੇ ਆਪਣੇ ਪੁੱਤ ਦੀਆਂ ਮਿੱਟੀ 'ਚ ਮਿਲੀਆਂ ਸੱਧਰਾਂ। ਧੰਨਵਾਦ ਦੋਸਤੋ। ਚੌਹਾਨ ਇੰਟਰਟੇਨਮੈਂਟ ਤੁਹਾਡਾ ਆਪਣਾ, ਤੁਹਾਡੇ ਲਈ।